ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭ ਕੈ ਸਿਮਰਨ ਉਤਰੇ ਮੁਚਾ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਿਵਾਜ ਅੰਤਰਜਾਮੀ ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ। ਵਾਲੀ ਕੁਲ ਆਲਮ ਸਰਵਰੇ ਕਾਇਨਾਤ ਚਵਰ ਛਤਰ ਤਖਤ ਦੇ ਮਾਲਕ। ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਨਿਰੰਕਾਰ ਰੂਪ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਅੰਦਰ ਸੁਭਾਈਮਾਨ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਰਬੱਤ ਮਾਈ ਪਾਈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਜੇ ਹੋਏ ਸੰਧਿਆ ਦੇ ਸੁੰਦਰ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਹੋ। ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਨ ਦਾ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ ਬੈਠ ਕੇ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੀਏ। ਜਿੰਨੇ ਸਰੀਰ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ ਸੱਚੇ ਪਾਤਸ਼ਾਹ ਜੀ ਦਾ ਚਰਨਾਂ ਦਾ ਧਿਆਨ ਕਰਦੇ ਹੋਏ ਮਨ ਦੀ ਇਕਾਗਰਤਾ ਅਤੇ ਸਰੀਰ ਦੀ ਸਾਵਧਾਨਤਾ ਦੇ ਸਹਿਤ ਗੁਰੂ ਚਰਨਾਂ ਵਿੱਚ ਆਪਣਾ ਸੀਸ ਝੁਕਾਓ। ਦੋਵੇਂ ਹੱਥ ਜੋੜ ਕੇ ਨੇਤਰ ਨੀਵੇਂ ਕਰਕੇ ਰਸਨਾ ਦੇ ਨਾਲ ਸਾਰੀ ਸੰਗਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ
ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਵਿੱਚ ਪਰਮਾਤਮਾ ਦੇ ਨਾਮ ਦੀ ਮਹਿਮਾ ਅਤੇ ਮਹਾਨਤਾ ਦਾ ਜ਼ਿਕਰ ਕਰਦੇ ਨੇ। 3 ਪੌੜੀਆਂ ਪਹਿਲੀ ਅਸ਼ਟਪਦੀ ਦੀਆਂ ਆਪਾਂ ਨੇ ਸਰਵਣ ਕੀਤੀਆਂ ਸਨ। ਪਿਛਲੇ ਦੀਵਾਨ ਦੇ ਅੰਦਰ ਤੀਸਰੀ ਪੌੜੀ ਦਾ ਉਪਦੇਸ਼ ਮਹਾਰਾਜ ਜੀ ਦਾ ਸਰਵਣ ਕੀਤਾ ਸੀ। ਮਹਾਰਾਜ ਜੀ ਨੇ ਅਖੀਰਲੀਆਂ ਤੁਕਾਂ ਦੇ ਵਿੱਚ ਬਚਨ ਕਹੇ ਸਨ, ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਆਪਣਾ ਸਿਮਰਨ ਜਿਹਦੇ ਤੋਂ ਕਰਾਵੇ ਨਾ ਬਖਸ਼ਿਸ਼ ਕਰਕੇ, ਉਹੀ ਉਸ ਦਾ ਸਿਮਰਨ ਕਰਦਾ ਹੈ। ਕਈ ਵਾਰ ਮਨੁੱਖ ਯਤਨ ਕਰਦਾ ਹੈ, ਮਨ ਦੇ ਵਿੱਚ ਚਿਤਵਦਾ ਹੈ ਕਿ ਮੈਂ ਪਰਮੇਸ਼ਰ ਦਾ ਸਿਮਰਨ ਕਰਾਂ, ਪਰ ਉਹਦੇ ਤੋਂ ਹੋ ਨਹੀਂ ਪਾਉਂਦਾ। ਮਨ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਬਾਣੀ ਪੜ੍ਹਾਂ, ਪਰਮੇਸ਼ਰ ਦਾ ਨਾਮ ਜਪਾਂ, ਪਰ ਉਹਦੇ ਕਰਮ ਚੱਕਰ ਦੇ ਕਰਕੇ ਕਰਮ ਹੀ ਐਸੇ ਹੋ ਜਾਂਦੇ ਨੇ ਤੇ ਬੜੀਆਂ ਰੁਕਾਵਟਾਂ ਉਹਦੇ ਇਸ ਰਸਤੇ ਵਿੱਚ ਪੈਂਦੀਆਂ ਹੀ ਰਹਿੰਦੀਆਂ ਨੇ। ਤੇ ਮਹਾਰਾਜ ਕਹਿੰਦੇ ਅਰਦਾਸ ਕਰਨੀ ਚਾਹੀਦੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਪਰਮਾਤਮਾ ਆਪ ਜੀ ਹੀ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਮਹਾਰਾਜ ਜੀ ਨੇ ਐਸੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਨਾਮ ਜਪਣ ਵਾਸਤੇ ਵੀ ਅਰਦਾਸ ਕਰਨੀ ਚਾਹੀਦੀ ਹੈ। ਕਿਵੇਂ ਅਰਦਾਸ ਕਰੀਏ? ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮਹਾਰਾਜ ਮੈਨੂੰ ਚਾਹ ਤਾਂ ਬਹੁਤ ਹੈ, ਉਤਸ਼ਾਹ ਤਾਂ ਬਹੁਤ ਹੈ, ਕਿਰਪਾ ਕਰੋ ਮਹਾਰਾਜ, ਕਰਮ ਐਸੇ ਨੇ ਅਸੀਂ ਇਹ ਕਰ ਨਹੀਂ ਪਾਉਂਦੇ ਹਾਂ, ਆਪ ਜੀ ਕਿਰਪਾ ਕਰਕੇ ਸਿਮਰਨ ਕਰਾਓ। ਮਹਾਰਾਜ ਕਹਿੰਦੇ ਸੇ ਸਿਮਰਹਿ ਜਿਨ ਆਪ ਸਿਮਰਾਏ, ਜਿਨ੍ਹਾਂ ਤੋਂ ਆਪ ਹੀ ਪਰਮੇਸ਼ਰ ਸਿਮਰਨ ਕਰਾਉਂਦਾ ਨਾ ਉਹੀ ਸਿਮਰਨ ਕਰਦੇ ਨੇ। ਤੇ ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਮਨੁੱਖ ਉਦਮ ਕਰਨਾ ਹੀ ਛੱਡ ਦੇਵੇ। ਆਮ ਤੌਰ ਤੇ ਮਨੁੱਖ ਕੀ ਸੋਚਦਾ ਹੈ, ਕਹਿੰਦਾ ਜੀ ਪਰਮੇਸ਼ਰ ਨੇ ਜਦੋਂ ਸਾਨੂੰ ਸਿਮਰਨ ਵਾਲੇ ਪਾਸੇ ਲਾਊ ਉਦੋਂ ਸਿਮਰਨ ਕਰਾਂਗੇ, ਪਰਮੇਸ਼ਰ ਆਪ ਹੀ ਸਾਡੇ ਤੋਂ ਕਰਾ ਲਵੇ। ਐਸੀ ਜਿਹੜੀ ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ। ਆਪਣਾ ਉਦਮ ਹੈ ਜਿਹੜਾ ਉਹ ਛੱਡਣਾ ਨਹੀਂ ਚਾਹੀਦਾ ਹੈ, ਉਦਮ ਜ਼ਰੂਰ ਕਰਨਾ ਚਾਹੀਦਾ ਹੈ। ਪਰਮੇਸ਼ਰ ਵੀ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ, ਪਰ ਉੱਥੇ ਜੀਵ ਦਾ ਵੀ ਉਦਮ ਚਾਹੀਦਾ ਹੈ ਨਾ। ਇਸੇ ਕਰਕੇ ਤਾਂ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ, ਅਕਲ ਦਿੱਤੀ ਹੈ ਉਦਮ ਕਰਨ ਵਾਸਤੇ। ਹੋਰ ਵੀ ਕਰਮ ਤਾਂ ਵੇਖੋ ਆਪਾਂ ਕਰਦੇ ਹਾਂ। ਜੇ ਕਿਸੇ ਦੀ ਗੱਡੀ ਪੈਂਚਰ ਹੋ ਜਾਏ, ਐਂ ਥੋੜ੍ਹੋ ਕਹਿੰਦੇ ਆ ਕਿ ਰੱਬ ਆਪੇ ਜਦੋਂ ਪੈਂਚਰ ਲਵਾ ਦੂਗਾ ਤੇ ਉਦੋਂ ਅਸੀਂ ਚਲਾ ਲਵਾਂਗੇ। ਘਰ ਵਿੱਚ ਏਸੀ ਖਰਾਬ ਹੋ ਜਾਏ, ਇਹ ਥੋੜ੍ਹੋ ਕਹਿੰਦੇ ਰੱਬ ਆਪੇ ਠੀਕ ਕਰਾ ਦੂ ਤਾਂ ਚਲਾ ਲਵਾਂਗੇ। ਸਾਡਾ ਸਰੀਰ ਬਿਮਾਰ ਹੋ ਜਾਏ, ਇਹ ਥੋੜ੍ਹੋ ਕਹਿੰਦੇ ਆ ਕਿ ਰੱਬ ਆਪੇ ਠੀਕ ਕਰੇਗਾ, ਆਪੇ ਦਵਾਈ ਦੇ ਜਾਏਗਾ ਘਰੇ ਆ ਕੇ। ਐਸਾ ਨਹੀਂ। ਜੇ ਅਸੀਂ ਸੰਸਾਰ ਦੇ ਆਹਰ ਕਰਦੇ ਹਾਂ, ਉਦਮ ਕਰਦੇ ਹਾਂ, ਤੇ ਪਰਮੇਸ਼ਰ ਦੇ ਨਾਮ ਦਾ ਵੀ ਉਦਮ ਯਤਨ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਆ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਸ ਆਹਰ ਜਗ ਉਦਰੈ ਵਿਰਲਾ ਬੂਝੈ ਕੋਇ। ਸਤਿਗੁਰੂ ਜੀ ਕਹਿੰਦੇ ਆਹਰ ਸਭ ਕਰਦਾ ਫਿਰੈ। ਮਨੁੱਖ ਸਾਰੇ ਉਦਮ ਕਰਦਾ ਫਿਰਦਾ, ਆਪਣੇ ਦੁਨਿਆਵੀ ਮਾਇਆ ਦੇ ਵਾਸਤੇ ਬੜੇ ਯਤਨ ਕਰਦਾ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਆਹਰ ਇੱਕ ਨਾ ਹੋਏ। ਇਸ ਮਨੁੱਖ ਦੇ ਪਾਸੋਂ ਇੱਕ ਉਦਮ ਨਹੀਂ ਹੁੰਦਾ ਹੈ। ਉਹ ਕਿਹੜਾ ਉਦਮ ਹੈ? ਪਰਮੇਸ਼ਰ ਦੇ ਨਾਮ ਨੂੰ ਸਿਮਰਨ ਦਾ, ਉਸ ਦੇ ਨਾਮ ਨੂੰ ਜਪਣ ਦਾ ਇਹ ਉਦਮ ਨਹੀਂ ਕਰਦਾ। ਕਹਿ ਦਿੰਦਾ ਕਿ ਆਪੇ ਰੱਬ ਜਦੋਂ ਸਿਮਰਾਏਗਾ ਸਿਮਰ ਲਵਾਂਗੇ। ਬਾਕੀ ਵੀ ਤਾਂ ਉਦਮ ਆਪਾਂ ਕਰਦੇ ਹੀ ਹਾਂ। ਤੇ ਇਹ ਵੀ ਮਹਾਰਾਜ ਕਹਿੰਦੇ ਉਦਮ ਨਹੀਂ ਛੱਡਣਾ ਚਾਹੀਦਾ। ਇਸ ਉਦਮ ਨੂੰ ਤਾਂ ਵਿਰਲੇ ਵਿਰਲੇ ਹੀ ਜਾਣਦੇ ਹਨ ਕਿ ਕਿੰਨਾ ਵੱਡਾ ਉਦਮ ਹੈ। ਜਿਸ ਮਨੁੱਖ ਨੇ ਉਦਮ ਕਰਕੇ ਯਤਨ ਕਰਕੇ ਪਰਮੇਸ਼ਰ ਵਾਲੇ ਪਾਸੇ ਤੁਰਨਾ ਕੀਤਾ, ਭਾਈ ਗੁਰਦਾਸ ਜੀ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨਾ ਕਰਕੇ ਸਿੱਖ ਇੱਕ ਕਦਮ ਗੁਰੂ ਵੱਲ ਚੱਲੇ ਤੇ ਗੁਰੂ ਉਸ ਦੇ ਵੱਲ ਕਰੋੜਾਂ ਪੈਰ ਅੱਗੇ ਲੈਣ ਵਾਸਤੇ ਆ ਜਾਂਦਾ ਹੈ। ਵੇਖੋ, ਇੱਕ ਕਦਮ ਦਾ ਉਦਮ ਕਰਨਾ ਹੈ, ਇੱਕ ਪੈਰ ਗੁਰੂ ਵੱਲ ਪੁੱਟੀਏ ਤੇ ਗੁਰੂ ਸਾਹਿਬ ਜੀ ਕਰੋੜਾਂ ਪੈਰ ਕਦਮ ਅੱਗੇ ਲੈਣ ਵਾਸਤੇ ਆ ਜਾਂਦੇ ਨੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਖਿਨ ਜਿੰਨਾ ਮਾਤਰ ਇੱਕ ਵਾਰੀ ਕਹਿੰਦੇ ਤੁਸੀਂ ਗੁਰੂ ਨੂੰ ਯਾਦ ਕਰੋ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ।
एक बारी गुरु नूं याद करोगे, सिमरन ताहे बारंबार गुर हेत है। ਅਸੀਂ ਗੁਰੂ ਨੂੰ ਇੱਕ ਵਾਰੀ ਯਾਦ ਕਰੀਏ, ਗੁਰੂ ਸਾਨੂੰ ਕਰੋੜਾਂ ਵਾਰ ਯਾਦ ਕਰਦਾ ਹੈ। ਇਤਿਹਾਸ ਦੇ ਵਿੱਚ ਵੀ ਇਹ ਪ੍ਰਮਾਣ ਮਿਲਦੇ ਨੇ। ਜਦੋਂ ਭਾਈ ਰੂਪਾ ਤੇ ਸਾਦਾ ਸਾਧ ਸੰਗਤ ਜੀ ਤੁਕਲਾਣੀ ਪਿੰਡ ਦੇ ਵਿੱਚ ਲੱਕੜਾਂ ਕੱਟ ਰਹੇ ਸਨ, ਗਰਮੀ ਦਾ ਮੌਸਮ ਸੀ, ਬਹੁਤ ਭਾਰੀ ਗਰਮੀ ਪੈ ਰਹੀ ਸੀ ਤੇ ਇੱਕ ਮਸ਼ਕ ਉਹਨਾਂ ਨੇ ਪਾਣੀ ਦੀ ਭਰ ਕੇ ਲਿਆਂਦੀ ਸੀ, ਜਦੋਂ ਪਿਆਸ ਲੱਗੇ ਤੇ ਪੀ ਲਵਾਂਗੇ। ਉਹ ਦਰਖਤ ਦੀ ਛਾਵੇਂ ਦਰਖਤ ਦੇ ਨਾਲੋਂ ਮਸ਼ਕ ਨੂੰ ਪਾਣੀ ਦੀ ਭਰੀ ਹੋਈ ਨੂੰ ਟੰਗ ਦਿੱਤਾ ਤੇ ਉਹ ਛਾਂ ਦੇ ਕਰਕੇ ਉਸ ਮਸ਼ਕ ਦੇ ਵਿਚਲਾ ਜਿਹੜਾ ਜਲ ਸੀ ਨਾ ਬਹੁਤ ਠੰਡਾ ਹੋ ਗਿਆ। ਆਪਾਂ ਨੂੰ ਪਤਾ ਹੈ ਕਿ ਗਰਮੀ ਦੇ ਵਿੱਚ ਠੰਡਾ ਜਲ ਬੜਾ ਮਿੱਠਾ ਲੱਗਦਾ ਹੈ ਜਦੋਂ ਪਿਆਸ ਲੱਗੀ ਹੋਵੇ। ਉਹ ਜਦੋਂ ਲੱਕੜ ਦਾ ਜਿਹੜਾ ਕੰਮ ਸੀ ਆਪਣਾ ਕਰਦੇ ਹੋਏ ਜਦੋਂ ਜਲ ਛਕਣ ਲੱਗੇ, ਉਹਨਾਂ ਵੇਖਿਆ ਵੀ ਜਲ ਬਹੁਤ ਠੰਡਾ ਹੈ। ਇਹ ਤਾਂ ਜਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛਕਣੇ ਯੋਗ ਹੈ। ਉਦੋਂ ਮਹਾਰਾਜ ਜੀ ਡਰੋਲੀ ਭਾਈ ਵਿਖੇ ਸਨ, ਉੱਥੋਂ ਥੋੜੀ ਦੂਰ ਤੇ ਡਰੋਲੀ ਭਾਈ ਨਗਰ ਹੈ। ਇੱਥੇ ਸਤਿਗੁਰੂ ਸਾਹਿਬ ਜੀ ਦੇ ਸਾਂਢੂ ਰਹਿੰਦੇ ਸਨ ਰਿਸ਼ਤੇਦਾਰੀ ਵਜੋਂ, ਬਾਬਾ ਸਾਈਂ ਦਾਸ ਜੀ। ਇੱਥੇ ਹੀ ਭਾਈ ਗੁਰਦਾਸ ਜੀ ਦਾ ਜਨਮ ਹੋਇਆ। ਸੋ ਸਾਧ ਸੰਗਤ ਜੀ, ਬਾਬਾ ਗੁਰਦਿੱਤਾ ਜੀ ਦਾ ਖਿਮਾ ਕਰਨਾ ਜਨਮ ਹੋਇਆ ਇੱਥੇ ਡਰੋਲੀ ਭਾਈ ਵਿਖੇ। ਤੇ ਮਹਾਰਾਜ ਜੀ ਇੱਥੇ ਆਏ ਤੇ ਜਦੋਂ ਇਹਨਾਂ ਭਾਈ ਰੂਪੇ ਤੇ ਸਾਦੇ ਨੇ ਯਾਦ ਕੀਤਾ ਮਹਾਰਾਜ ਜੀ ਨੂੰ ਕਿ ਸਤਿਗੁਰੂ ਜੀ ਆ ਕੇ ਜਲ ਛਕਣ ਤੇ ਫਿਰ ਉਸ ਤੋਂ ਬਾਅਦ ਅਸੀਂ ਛਕੀਏ, ਤੇ ਸਤਿਗੁਰੂ ਜੀ ਦੇ ਯਾਦ ਵਿੱਚ ਜੁੜਿਆ ਹੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਉਸੇ ਵਕਤ ਪਲੰਗ ਤੋਂ ਉੱਠੇ ਤੇ ਮਹਾਰਾਜ ਜੀ ਨੇ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਲਿਆ। ਬੜੀ ਤੇਜ਼ੀ ਦੇ ਨਾਲ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਇਕੱਲੇ ਹੀ ਚਲੇ ਗਏ। ਜਾ ਕੇ ਉਹਨਾਂ ਦੋਹਾਂ ਸਿੱਖਾਂ ਦੀ ਭਾਵਨਾ ਪੂਰੀ ਕੀਤੀ, ਜਲ ਛਕਿਆ ਤੇ ਉਹਨਾਂ ਨੂੰ ਛਕਾਇਆ। ਫਿਰ ਵਾਪਸ ਪਰਤੇ ਬਾਬਾ ਬਿਧੀ ਚੰਦ ਸਾਹਿਬ ਜੀ ਪੁੱਛਦੇ, ਮਹਾਰਾਜ ਅੱਜ ਤੁਸੀਂ ਕਿਸੇ ਨੂੰ ਵੀ ਨਾਲ ਨਹੀਂ ਲੈ ਕੇ ਗਏ, ਨਹੀਂ ਫੌਜਾਂ ਲੈ ਕੇ ਜਾਂਦੇ ਹੋ, ਅੱਜ ਮਹਾਰਾਜ ਕਿਉਂ ਨਹੀਂ ਗਏ? ਸਤਿਗੁਰੂ ਜੀ ਕਹਿੰਦੇ, ਸਾਨੂੰ ਪਿਆਰ ਦੇ ਨਾਲ ਸਿੱਖਾਂ ਨੇ ਯਾਦ ਕੀਤਾ। ਜੇ ਅਸੀਂ ਮੌਕੇ ਤੇ ਨਾ ਪਹੁੰਚਦੇ ਨਾ, ਜਿੰਨੀ ਉਹਨਾਂ ਨੂੰ ਪਿਆਸ ਲੱਗੀ ਸੀ ਉਹਨਾਂ ਦੇ ਪ੍ਰਾਣ ਵੀ ਨਿਕਲ ਸਕਦੇ ਸਨ, ਕਿਉਂਕਿ ਭੁੱਖਾ ਮਨੁੱਖ ਰਹਿ ਸਕਦਾ, ਪਿਆਸਾ ਨਹੀਂ ਰਹਿ ਸਕਦਾ। ਮਹਾਰਾਜ ਜੀ ਦੀ ਬਾਣੀ ਦਾ ਵਚਨ ਵੀ ਹੈ, ਜਿਉ ਪ੍ਰਾਣੀ ਜਲ ਬਿਨ ਹੈ ਮਰਦਾ। ਜਿਵੇਂ ਪ੍ਰਾਣੀ ਪਾਣੀ ਤੋਂ ਬਿਨਾ ਮਰ ਜਾਂਦਾ ਨਾ, ਤੇ ਉਹ ਸਿੱਖ ਗੁਰ ਬਿਨ ਮਰ ਜਾਏ। ਗੁਰੂ ਨੂੰ ਵੀ ਇੰਨਾ ਯਾਦ ਕਰਦਾ ਹੈ ਪਾਣੀ ਦੀ ਤਰ੍ਹਾਂ। ਸੋ ਉਹਨਾਂ ਸਿੱਖਾਂ ਦੀ ਭਾਵਨਾ ਸਤਿਗੁਰੂ ਜੀ ਨੇ ਪੂਰੀ ਕੀਤੀ। ਵੇਖੋ, ਸੋ ਇਸ ਕਰਕੇ ਪਿਆਰ ਨਾਲ ਗੁਰੂ ਸਾਹਿਬ ਜੀ ਨੂੰ ਇੱਕ ਵਾਰੀ ਯਾਦ ਕਰੀਏ, ਗੁਰੂ ਉਹਨੂੰ ਕਰੋੜਾਂ ਵਾਰ ਸਿੱਖ ਨੂੰ ਯਾਦ ਕਰਦਾ ਹੈ। ਤੇ ਐਸਾ ਜਿਹੜਾ ਸਿੱਖ ਹੈ ਗੁਰੂ ਨੂੰ ਜਪਣ ਵਾਲਾ, ਸਿਮਰਨ ਵਾਲਾ, ਮਹਾਰਾਜ ਕਹਿੰਦੇ ਨਾਨਕ ਤਾਕੈ ਲਾਗੋ ਪਾਏ। ਐਸੇ ਸਿੱਖ ਦੇ ਮੈਂ ਚਰਨੀ ਲੱਗਾ, ਐਸੇ ਸਿੱਖ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਉਸ ਨੂੰ ਮੈਂ ਮੱਥਾ ਟੇਕਦਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਜਿਹੜਾ ਸਿੱਖ ਸਵੇਰੇ ਉੱਠ ਕੇ ਸਿਮਰਦਾ, ਰੱਬ ਰੱਬ ਜਪਦਾ ਹੈ, ਪਰਮਾਤਮਾ ਦਾ ਸਿਮਰਨ ਕਰਦਾ, ਉਹਦੇ ਚਰਨਾਂ ਦਾ ਮੈਂ ਦਾਸ ਹਾਂ। ਮੇਰੀ ਉਸ ਸਿੱਖ ਦੇ ਚਰਨਾਂ ਤੇ ਨਮਸਕਾਰ ਹੈ, ਮੈਂ ਮੱਥਾ ਟੇਕਦਾ ਹਾਂ। ਕਿੱਡੀ ਵੱਡੀ ਵਡਿਆਈ ਦਿੱਤੀ ਪਰਮੇਸ਼ਰ ਦੇ ਨਾਮ ਦੀ। ਇਹ ਵਡਿਆਈ ਕਿਉਂ ਹੈ? ਨਾਮ ਜਪਣ ਵਾਲੇ ਨੂੰ ਕਿਉਂ ਮਿਲਦੀ ਹੈ? ਸਤਿਗੁਰੂ ਜੀ ਅਗਲੀ ਪੌੜੀ ਵਿੱਚ ਦੱਸਦੇ ਹਨ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਾਧ ਸੰਗਤ ਜੀ, ਉਹਨਾਂ ਦੀ ਵਡਿਆਈ ਇਸ ਕਰਕੇ ਵੱਡੀ ਹੁੰਦੀ ਹੈ, ਨਾਮ ਜਪਣ ਵਾਲਿਆਂ ਨੂੰ ਐਸੀ ਪਦਵੀ ਤਾਂ ਮਿਲੀ ਹੈ ਕਿਉਂਕਿ ਪ੍ਰਭ ਦਾ ਸਿਮਰਨ ਸਭ ਤੇ ਉੱਚਾ। ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ ਤੇ ਉੱਚੇ ਦੇ ਨਾਲ ਜੁੜਿਆ ਨੀਵੇਂ ਵੀ ਉੱਚੇ ਹੋ ਜਾਂਦੇ ਨੇ। ਸੰਸਾਰਿਕ ਤੌਰ ਤੇ ਵੀ ਇਹ ਪ੍ਰਤੱਖ ਗੱਲ ਹੈ। ਕੋਈ ਨੀਵਾਂ ਮਨੁੱਖ ਹੋਵੇ, ਨੀਵੀਂ ਜਾਤ ਦਾ ਹੋਵੇ, ਉਸ ਦੇ ਘਰ ਵਿੱਚ ਅਮੀਰ ਦਾ ਆਉਣਾ ਜਾਣਾ ਹੋ ਜਾਏ, ਉਹ ਵੀ ਉੱਚਿਆਂ ਦੇ ਵਿੱਚ ਹੀ ਮੰਨਿਆ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਵੀ ਪ੍ਰਮਾਣ ਦਿੱਤੇ ਹਨ। ਮਹਾਰਾਜ ਜੀ ਕਹਿੰਦੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਿੰਨੇ ਵੀ ਭਗਤ ਹੋਏ ਨੇ, ਕੋਈ ਸ਼ਾਹੂਕਾਰ ਨਹੀਂ ਸੀ, ਸਾਰੇ ਨੀਵੀਆਂ ਜਾਤਾਂ ਦੇ ਵਿੱਚੋਂ ਸਨ। ਰਵਿਦਾਸ ਭਗਤ ਜੀ ਚਮਿਆਰ ਸੀ, ਨਾਮਦੇਵ ਜੀ ਸ਼ਿੰਬੇ ਸਨ, ਜੈਦੇਵ ਜੀ ਬ੍ਰਾਹਮਣ ਸਨ ਤੇ ਕਬੀਰ ਜੀ ਜੁਲਾਹੇ ਸੀ। ਇਹ ਸਾਰੀਆਂ ਹੀ ਵੇਖੋ ਗਰੀਬ ਘਰਾਂ ਦੇ ਵਿੱਚ ਭਗਤਾਂ ਨੇ ਜਨਮ ਲੈਣਾ ਕੀਤਾ।
ਤੇ ਗੁਰਬਾਣੀ ਦੇ ਵਿੱਚ ਉਹਨਾਂ ਨੇ ਬਚਨ ਕੀਤੇ ਆ, ਕਹਿੰਦੇ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਨੀਵੀਂ ਜਾਤ ਦੇ ਵਿੱਚ ਰਹਿ ਕਰਕੇ ਰੱਬ ਨੂੰ ਜਪਿਆ, ਨਾਮ ਨੂੰ ਜਪਿਆ ਤੇ ਉੱਤਮ ਪਦਵੀ ਦੀ ਪ੍ਰਾਪਤੀ ਹੋ ਗਈ। ਅੱਗੇ ਉਦਾਹਰਨ ਵੀ ਦਿੱਤੀ ਹੈ, ਕਹਿੰਦੇ ਪੁੱਛੋ ਬਿਦਰ ਦਾਸੀ ਸੁਤੈ ਕ੍ਰਿਸ਼ਨ ਉਤਰਿਆ ਘਰ ਜਿਸ ਜਾਏ। ਬਿਦਰ ਕੌਣ ਸੀ? ਇੱਕ ਦਾਸੀ ਦਾ ਪੁੱਤਰ। ਜਿਹੜੀ ਗੋਲੀ ਹੁੰਦੀ ਹੈ ਨਾ ਘਰ ਦੇ ਵਿੱਚ ਕੰਮ ਕਰਨ ਵਾਲੀ ਨੌਕਰਾਣੀ, ਉਹਦਾ ਪੁੱਤਰ ਸੀ ਬਿਦਰ। ਤੇ ਉਸ ਦੇ ਘਰ ਦੇ ਵਿੱਚ ਕ੍ਰਿਸ਼ਨ ਜੀ ਚਲੇ ਗਏ ਤੇ ਬਿਦਰ ਦੀ ਪੂਜਾ ਹੋਣ ਲੱਗ ਪਈ। ਸਾਰੇ ਬਿਦਰ ਨੂੰ ਕਹਿੰਦੇ ਵੀ ਤੇਰੇ ਘਰ ਕ੍ਰਿਸ਼ਨ ਜੀ ਆਏ ਆ। ਬੜੇ ਖੁਸ਼ ਹੋਏ ਸਾਰੇ ਲੋਕ ਵੀ ਕ੍ਰਿਸ਼ਨ ਨੇ ਤੇਰੇ ਘਰ ਆਉਣਾ ਕੀਤਾ ਹੈ। ਤੇ ਰਾਜੇ ਦੇ ਘਰ ਚ ਨਹੀਂ ਗਏ। ਗੁਰਬਾਣੀ ਦਾ ਬਚਨ ਆ, ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ। ਉਹ ਇਹ ਗਰੀਬ ਮੋਹ ਭਾਵ ਹੈ। ਕਹਿੰਦੇ ਬਿਦਰ ਦਾ ਜਿਹੜਾ ਪ੍ਰੇਮ ਸੀ ਨਾ ਉਸ ਗਰੀਬ ਦਾ, ਉਹ ਮੈਨੂੰ ਭਾਇਆ, ਚੰਗਾ ਲੱਗਿਆ। ਰਾਜਨ ਕੌਣ ਤੁਮਾਰਾ ਆਵੇ, ਹੇ ਰਾਜਨ ਤੇਰੇ ਘਰ ਦੇ ਵਿੱਚ ਕੌਣ ਆਵੇ। ਸਾਨੂੰ ਤਾਂ ਬਿਦਰ ਦਾ ਪ੍ਰੇਮ ਹੀ ਉਧਰ ਲੈ ਗਿਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਲਾਲੋ ਦੇ ਘਰ ਗਏ, ਮਲਕ ਭਾਗੋ ਦੇ ਘਰ ਨਹੀਂ ਸੀ ਗਏ। ਬਾਕੀ ਸਾਰੇ ਲੋਕ ਗਏ ਮਾਲ ਪੂੜੇ ਛਕਣ ਵਾਸਤੇ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੀ ਸੁਨੇਹਾ ਭੇਜਿਆ, ਮਹਾਰਾਜ ਆਓ। ਸਤਿਗੁਰੂ ਜੀ ਗਏ ਤੇ ਉੱਥੇ ਜਾ ਕੇ ਲਾਲੋ ਦੇ ਘਰ ਵਿੱਚ ਚਲੇ ਗਏ। ਮਹਾਰਾਜ ਕੋਦਰੇ ਦਾ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਨੇ ਪ੍ਰਸੰਨਤਾ ਦਿੱਤੀ ਭਾਈ ਲਾਲੋ ਨੂੰ। ਬੜੇ ਪ੍ਰੇਮ ਦੇ ਨਾਲ ਕੋਦਰੇ ਦਾ ਪ੍ਰਸ਼ਾਦਾ ਛਕਿਆ ਤੇ ਮਲਕ ਪੂੜੇ ਸਨ ਜਿਹੜੇ ਮਲਕ ਭਾਗੋ ਦੇ ਉਹ ਨਹੀਂ ਖਾਦੇ। ਤੇ ਭਾਈ ਲਾਲੋ ਦੇ ਘਰ, ਗਰੀਬ ਦੇ ਘਰ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਐਸੀ ਭਾਈ ਲਾਲੋ ਨੂੰ ਪਦਵੀ ਦਿੱਤੀ। ਅੱਜ ਭਾਈ ਲਾਲੋ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਆਉਂਦਾ ਹੈ। ਘੱਟੋ ਘੱਟ 9 ਵਾਰੀ ਇਹ ਨਾਮ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਰਤਿਆ ਹੈ। ਸੋ ਐਡੀ ਵੱਡੀ ਪਦਵੀ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨੀਵਿਆਂ ਨੂੰ ਉੱਚੇ ਕਰ ਦੇਣ ਵਾਲਾ ਹੈ ਪਰਮੇਸ਼ਰ। ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਬਚਨ ਕੀਤੇ ਆ, ਕਹਿੰਦੇ ਆੜ ਦਮ ਕੋ ਛਿਪਰੋ ਹੋਇਓ ਲਾਖੀਣਾ। ਨਾਮਦੇਵ ਅੱਧੀ ਕੌਡੀ ਦਾ ਸ਼ੀਂਬਾ ਸੀ। ਕਹਿੰਦੇ ਨਾਮ ਜਪ ਕੇ ਲੱਖਾਂ ਦਾ ਹੀ ਹੋ ਗਿਆ। ਅੱਜ ਸਾਰੀ ਦੁਨੀਆ ਨਮਸਕਾਰ ਕਰਦੀ ਹੈ, ਸਾਰੇ ਲੋਕ ਮੱਥਾ ਟੇਕਦੇ ਨੇ ਨਾਮਦੇਵ ਜੀ ਨੂੰ, ਰਵਿਦਾਸ ਭਗਤ ਜੀ ਨੂੰ, ਕਬੀਰ ਜੀ ਨੂੰ, ਸਭਨਾਂ ਨੂੰ ਨਮਸਕਾਰ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਉੱਚਾ ਜਿਹੜਾ ਸ਼ਬਦ ਹੈ ਨਾ, ਇਹ ਬੜਾ ਖਾਸ ਹੈ ਸੰਸਾਰ ਦੇ ਵਿੱਚ। ਹਰ ਕੋਈ ਮਨੁੱਖ ਚਾਹੁੰਦਾ ਮੇਰਾ ਘਰ ਉੱਚਾ ਹੋਵੇ, ਮੇਰਾ ਰੂਪ ਸਾਰਿਆਂ ਤੋਂ ਉੱਚਾ ਭਾਵ ਵਧੀਆ ਹੋਵੇ, ਮੇਰਾ ਕਾਰੋਬਾਰ ਸਾਰਿਆਂ ਤੋਂ ਉੱਚਾ ਹੋਵੇ, ਮੇਰਾ ਪਹਿਰਾਵਾ ਇਹ ਸਭ ਤੋਂ ਉੱਚਾ ਹੋਵੇ, ਮੇਰੀ ਪ੍ਰਭਤਾ ਮੇਰੀ ਵਡਿਆਈ ਸਾਰਿਆਂ ਤੋਂ ਉੱਚੀ ਹੋਵੇ। ਇਹ ਤਾਂ ਯਤਨ ਮਨੁੱਖ ਬਹੁਤ ਕਰਦਾ ਹੈ, ਪਰ ਇਹ ਨਹੀਂ ਕਹਿੰਦਾ, ਇਹ ਨਹੀਂ ਸੋਚਦਾ ਕਿ ਮੇਰਾ ਜੀਵਨ, ਮੇਰਾ ਆਚਰਣ ਉੱਚਾ ਬਣ ਜਾਏ, ਮੇਰਾ ਨਾਮ ਜਪਣਾ ਸਭ ਤੋਂ ਉੱਚਾ ਹੋ ਜਾਏ। ਜੇ ਕੋਈ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਮੈਂ 5 ਜਪਜੀ ਸਾਹਿਬ ਦੇ ਪਾਠ ਘੱਟੋ ਘੱਟ ਕਰਾਂ। ਜੇ ਕੋਈ ਮੇਰਾ ਗਵਾਂਢੀ 1 ਘੰਟਾ ਸਿਮਰਨ ਕਰਦਾ ਤੇ ਮੈਂ ਉਹਦੇ ਤੋਂ ਵੱਧ ਕੇ 2 ਘੰਟੇ ਕਰਿਆ ਕਰਾਂ। ਇਹ ਨਹੀਂ ਵਧਾਉਣਾ ਹੈ। ਜੇ ਗਵਾਂਢੀ ਨੇ ਕੋਠੀ ਪਾਈ ਹੈ, ਗਵਾਂਢੀ ਨੇ ਕਾਰ ਨਵੀਂ ਲਈ ਹੈ ਤੇ ਮੈਂ 2 ਲਿਆ ਕੇ ਵਿਖਾਉਣੀਆਂ, ਵੀ ਮੈਂ ਉਹਦੇ ਤੋਂ ਉੱਚਾ ਬਣ ਕੇ ਵਿਖਾਉਣਾ। ਇਹ ਤਾਂ ਮਹਾਰਾਜ ਜੀ ਕਹਿੰਦੇ ਯਤਨ ਕਰਦਾ ਹੈ। ਪਰ ਇਹ ਸਾਰੇ ਯਤਨ ਹਨ ਨਾ ਜਿਹੜੇ, ਇਹ ਸਾਰੇ ਹੀ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਵਿਅਰਥ ਹੀ ਹੈ। ਪ੍ਰਭ ਦਾ ਸਿਮਰਨ ਸਭ ਤੇ ਉੱਚਾ। ਜੇ ਪ੍ਰਭੂ ਦਾ ਸਿਮਰਨ ਕਰਨ ਲੱਗ ਜਾਈਏ ਨਾ, ਉੱਚੇ ਦੇ ਨਾਲ ਜੁੜਿਆ ਫਿਰ ਉੱਚੇ ਹੀ ਹੋ ਜਾਈਦਾ ਹੈ। ਜਿਵੇਂ ਇਹਨਾਂ ਗਰੀਬਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਿਮਰ ਕਰਕੇ ਉੱਤਮ ਪਦਵੀ ਪਾਈ ਹੈ ਨਾ, ਇਹ ਪਦਵੀ ਉੱਚੇ ਨਾਮ ਦੇ ਨਾਲ ਜੁੜਿਆ ਹੀ ਮਿਲਦੀ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਜੀਵ ਉੱਚਾ ਹੁੰਦਾ ਹੈ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਪਰਮੇਸ਼ਰ ਦੇ ਸਿਮਰਨ ਕਰਨੇ ਕਰਕੇ ਉਦਰੇ ਮੂਚਾ। ਮੂਚਾ ਦਾ ਭਾਵ ਹੈ ਬਹੁਤ। ਬਹੁਤ ਜਾਣਿਆਂ ਦਾ ਉਧਾਰ ਹੋਇਆ ਤੇ ਹੋਇਆ ਸੀ ਤੇ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਉਦਰੇ ਮੂਚਾ। ਮੂਚਾ ਦਾ ਭਾਵ ਬਹੁਤ, ਕੋਈ ਗਿਣਤੀ ਨਹੀਂ, ਕੋਈ ਲਿਮਟ ਨਹੀਂ ਹੈ। ਸੰਸਾਰ ਦੇ ਪਦਾਰਥਾਂ ਵਾਂਗੂ ਕਿ ਕਈ ਵਾਰੀ ਨਾ ਇਦਾਂ ਹੁੰਦਾ ਹੈ, ਜਿਵੇਂ ਹੁਣ ਕੋਈ ਵੀ ਸਾਧਨ ਹੋਵੇ, ਗੱਡੀ ਆ, ਉਹਦੀ ਵੀ ਲਿਮਟ ਆ ਕਿ ਇੰਨੀਆਂ ਕੁ ਸਵਾਰੀਆਂ ਇਹਦੇ 'ਚ ਬੈਠ ਸਕਦੀਆਂ, ਬਾਕੀ ਭਾਈ ਉਡੀਕ ਕਰੋ। ਟ੍ਰੇਨ ਆਈ ਆ, ਸਵਾਰੀਆਂ ਚੜ੍ਹ ਗਈਆਂ ਤੇ ਜੇ ਟ੍ਰੇਨ ਭਰ ਗਈ, ਦੂਜਿਆਂ ਨੂੰ ਕਿਹਾ ਜਾਂਦਾ ਭਾਈ ਪਿਛਲੀ ਟ੍ਰੇਨ 'ਚ ਤੁਸੀਂ ਆ ਜਾਣਾ, ਸਫ਼ਰ ਕਰ ਲੈਣਾ। ਬੱਸ 'ਚ ਸਵਾਰੀਆਂ ਪੂਰੀਆਂ ਹੋ ਗਈਆਂ, ਦੂਸਰੇ ਰਹਿ ਜਾਣਗੇ, ਪਹਿਲਾਂ ਵਾਲੇ ਮੰਜ਼ਿਲ ਤੇ ਪਹੁੰਚ ਜਾਣਗੇ। ਇਹ ਜਿਹੜਾ ਨਾਮ ਦਾ ਜਹਾਜ਼ ਹੈ ਨਾ, ਇਹਦੀ ਕੋਈ ਵੀ ਲਿਮਟ ਨਹੀਂ।
ਮਹਾਰਾਜ ਜੀ ਕਹਿੰਦੇ ਕੋਈ ਵੀ ਇਹਦੇ ਵਿੱਚ ਪੈਂਡਿੰਗ ਨਹੀਂ ਰਹਿੰਦਾ ਹੈ, ਸਾਰੇ ਜਿੰਨੇ ਹੀ ਜੁੜ ਗਏ ਸਾਰਿਆਂ ਦਾ ਹੀ ਉਧਾਰ ਹੋਵੇਗਾ। ਗੁਰੂ ਨੇ ਇਹ ਨਹੀਂ ਕਿਹਾ ਕਿ ਇਸ ਸਾਲ ਭਾਈ 100 ਕੁ ਜਾਣਾ ਨਾਮ ਜਪੂਗਾ ਤੇ ਉਹਨਾਂ ਨੂੰ ਪਾਰ ਕਰਾਂਗੇ ਤੇ ਬਾਕੀ 100 ਉਡੀਕ ਕਰੋ, ਅਗਲੀ ਵਾਰੀ ਤੁਹਾਨੂੰ ਸਮਾਂ ਮਿਲੇਗਾ। ਐਸਾ ਨਹੀਂ, ਜਿੰਨੇ ਵੀ ਜਾਣੇ ਨਾਮ ਦੇ ਨਾਲ ਜੁੜ ਗਏ ਸਭਨਾਂ ਦਾ ਹੀ ਉਧਾਰ ਹੋਵੇਗਾ, ਕੋਈ ਵੀ ਨਹੀਂ ਬਚੇਗਾ। ਸਭ ਉਧਰ ਜਾਣਗੇ ਸੰਸਾਰ ਦੇ ਵਿਕਾਰਾਂ ਤੋਂ, ਜੰਜਾਲਾਂ ਤੋਂ, ਸੰਸਾਰ ਸਮੁੰਦਰ ਤੋਂ। ਪ੍ਰਭ ਕਾ ਸਿਮਰਨ ਉਧਰੇ ਮੁੱਚਾ। ਮਹਾਰਾਜ ਜੀ ਕਹਿੰਦੇ ਬਹੁਤਿਆਂ ਦਾ ਉਧਾਰ ਹੁੰਦਾ ਹੈ ਪਰਮੇਸ਼ਰ ਦੇ ਸਿਮਰਨ ਨਾਲ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਬੁਝੈ ਦਾ ਭਾਵ ਹੈ ਬੁਝ ਜਾਣਾ। ਜਿਵੇਂ ਅੱਗ ਬੁਝ ਜਾਂਦੀ ਹੈ ਐਵੇਂ ਹੀ ਤ੍ਰਿਸ਼ਨਾ ਦੀ ਅੱਗ ਹੈ ਸਾਧ ਸੰਗਤ ਜੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਤ੍ਰਿਸ਼ਨਾ ਦਾ ਅਰਥ ਕੀ ਹੈ? ਤ੍ਰਿਸ਼ਨਾ ਦਾ ਮਤਲਬ ਹੁੰਦਾ ਕਿ ਮਨੁੱਖ ਸੋਚਦਾ ਰਹਿੰਦਾ ਵੀ ਹੋਰ ਮੇਰੇ ਕੋਲੇ ਆ ਜਾਏ, ਹੋਰ ਮੇਰੇ ਕੋਲੇ ਆ ਜਾਏ। ਇਹ ਤ੍ਰਿਸ਼ਨਾ ਮਹਾਰਾਜ ਜੀ ਕਹਿੰਦੇ ਖਤਮ ਨਹੀਂ ਹੁੰਦੀ। ਤ੍ਰਿਸ਼ਨਾ ਇਦਾਂ ਦੀ ਚੀਜ਼ ਹੈ ਜਿਵੇਂ ਸਮੁੰਦਰ 'ਚ ਜਿੰਨਾ ਮਰਜ਼ੀ ਪਾਣੀ ਪਾਈ ਜਾਓ, ਸਮੁੰਦਰ ਨੇ ਕਦੇ ਨਹੀਂ ਕਿਹਾ ਕਿ ਬਸ ਮੈਂ ਰੱਜ ਗਿਆ। ਅੱਗ ਮੱਚ ਰਹੀ ਹੈ, ਅੱਗ ਦੇ ਵਿੱਚ ਜਿੰਨਾ ਮਰਜ਼ੀ ਬਾਲਣ ਸੁੱਟੀ ਜਾਓ, ਅੱਗ ਨੇ ਕਦੇ ਨਹੀਂ ਕਿਹਾ ਕਿ ਬਸ ਕਰੋ, ਮੈਂ ਆਪਣੀ ਭੁੱਖ ਮਿਟਾ ਲਈ ਹੈ, ਹੋਰ ਬਾਲਣ ਨਾ ਸੁੱਟੋ, ਮੇਰੇ ਤੋਂ ਨਹੀਂ ਇਹ ਚਖਿਆ ਜਾਣਾ। ਅੱਗ ਕਦੇ ਵੀ ਬਾਲਣ ਦੇ ਨਾਲ ਨਹੀਂ ਰੱਜਦੀ, ਪਾਣੀ ਕਦੇ ਸਮੁੰਦਰਾਂ ਦੇ ਨਾਲ ਨਹੀਂ ਰੱਜਦੇ ਹਨ, ਧਰਤੀ ਕਦੇ ਵਰਖਾ ਦੇ ਨਾਲ ਨਹੀਂ ਰੱਜਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਤ੍ਰਿਸ਼ਨਾਲੂ ਮਨੁੱਖ ਆ ਨਾ, ਉਹਦੇ ਕੋਲੇ ਜਿੰਨਾ ਮਰਜ਼ੀ ਪੈਸਾ ਆ ਜਾਏ ਉਹ ਰੱਜੇਗਾ ਨਹੀਂ। ਜੇ ਕਿਸੇ ਕੋਲੇ $100 ਹੈ, ਉਹ ਕਹਿੰਦਾ ਜੇ ਕਿਤੇ $1000 ਹੋਵੇ ਨਾ ਫੇਰ ਗੱਲ ਬਣੇ। ਜਿਹੜੇ 1000 ਕਮਾਉਂਦੇ ਆ ਮਹੀਨੇ ਦਾ, ਉਹ ਕਹਿੰਦੇ ਜੇ 10,000 ਕਮਾਈਏ ਗੱਲ ਹੀ ਤਾਂ ਬਣਦੀ ਹੈ। ਜਿਹੜੇ 10,000 ਕਮਾਉਣ ਵਾਲੇ ਉਹ ਕਹਿੰਦੇ $1,00,000 ਹੋਵੇ ਨਾ ਕਿਤੇ ਫੇਰ ਸੁੱਖ ਪ੍ਰਾਪਤ ਹੋਵੇਗਾ। ਤੇ ਜਿਹੜੇ ਲੱਖਾਂ ਵਾਲੇ ਨੇ ਉਹ ਕਹਿੰਦੇ ਅਸੀਂ ਕਰੋੜਾਂਪਤੀ ਬਣ ਜਾਈਏ। ਤੇ ਕਰੋੜਾਂਪਤੀਆਂ ਨੂੰ ਜਾ ਕੇ ਪੁੱਛ ਲਓ ਭਾਈ ਰੱਜ ਗਏ? ਉਹ ਕਹਿੰਦੇ ਨਹੀਂ, ਅਸੀਂ ਸਾਰਾ ਦੇਸ਼ ਕਮਾਉਣਾ ਚਾਹੁੰਦੇ ਆ, ਦੂਸਰੇ ਦੇਸ਼ਾਂ ਤੇ ਵੀ ਕਿਤੇ ਕਬਜ਼ਾ ਕਰਕੇ ਉਹਨਾਂ ਦਾ ਵੀ ਧਨ ਸਾਨੂੰ ਮਿਲ ਜਾਏ ਨਾ ਫੇਰ ਗੱਲ ਬਣੇਗੀ। ਸਤਿਗੁਰੂ ਸਾਹਿਬ ਜੀ ਕਹਿੰਦੇ ਰਾਜਾ ਰਾਜ ਨਾ ਤ੍ਰਿਪਤਿਆ, ਅੱਗੀ ਲਹੈ ਨਾ ਭੁੱਖ। ਜਿਵੇਂ ਰਾਜੇ ਨੂੰ ਜਿੰਨਾ ਮਰਜ਼ੀ ਰਾਜ ਭਾਗ ਮਿਲੀ ਜਾਏ ਕਦੇ ਵੀ ਤ੍ਰਿਪਤ ਨਹੀਂ ਹੁੰਦਾ ਹੈ, ਅੱਗ ਦੀ ਕਦੇ ਭੁੱਖ ਨਹੀਂ ਲੈਂਦੀ ਹੈ। ਐਵੇਂ ਹੀ ਤ੍ਰਿਸ਼ਨਾਲੂ ਮਨੁੱਖ ਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਤ੍ਰਿਸ਼ਨਾ ਇਹਨੂੰ ਸ਼ਾਂਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਪਰਮੇਸ਼ਰ ਦਾ ਨਾਮ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਿਨ੍ਹਾਂ ਨੇ ਸੱਚਾ ਭੋਜਨ ਛਕਿਆ ਉਹਨਾਂ ਦੀ ਇਹ ਤ੍ਰਿਪਤੀ ਹੋਈ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਪਰਮੇਸ਼ਰ ਦਾ ਨਾਮ ਜਪ ਕੇ ਤ੍ਰਿਸ਼ਨਾ ਬੁਝਦੀ ਹੈ, ਸ਼ਾਂਤ ਹੁੰਦੀ ਹੈ, ਹੋਰ ਕਿਸੇ ਵੀ ਸਾਧਨ ਦੇ ਨਾਲ ਨਹੀਂ। ਨਹੀਂ ਤਾਂ ਜਿੰਨੀ ਵੀ ਤ੍ਰਿਸ਼ਨਾ ਮਨੁੱਖ ਦੀ ਵਧੀ ਜਾਏਗੀ ਨਾ, ਉਨੀ ਪਰਮੇਸ਼ਰ ਤੋਂ ਦੂਰੀ ਹੁੰਦੀ ਜਾਂਦੀ ਹੈ। ਸਵਈਆਂ ਦੇ ਵਿੱਚ ਮਹਾਰਾਜ ਜੀ ਦਾ ਬਚਨ ਆਉਂਦਾ, ਸਤਿਗੁਰੂ ਜੀ ਕਹਿੰਦੇ ਸੰਪਤ ਦੋਲ ਝੋਲ। ਸੰਪਤ ਦੋਲ ਝੋਲ, ਜਿਹੜਾ ਇਹ ਸੰਪਤੀ ਹੈ ਨਾ, ਧਨ ਪਦਾਰਥ ਆ, ਇਹ ਦੋਲ ਝੋਲ ਹੈ। ਝੋਲ ਦਾ ਭਾਵ ਹੈ ਝੂਟੇ। ਝੂਲਾ ਹੁੰਦਾ ਨਾ, ਜਿਵੇਂ ਪੀਂਘ ਕਹਿ ਲਈਏ, ਪੀਂਘ ਦੇ ਉੱਪਰ ਜਿਹੜਾ ਮਨੁੱਖ ਝੂਟੇ ਲੈਂਦਾ, ਜਿੰਨੀ ਜ਼ੋਰ ਨਾਲ ਅਗਾਂਹ ਨੂੰ ਝੂਟਾ ਜਾਂਦਾ ਨਾ, ਉਹ ਜਿੰਨਾ ਅੱਗੇ ਨੂੰ ਵੱਧਦਾ ਉਨਾ ਹੀ ਪਿਛਾਂਹ ਨੂੰ ਜਾਂਦਾ ਹੈ। ਪੀਂਘ ਦਾ ਨਿਯਮ ਹੈ, ਜਦੋਂ ਬੰਦਾ ਪੀਂਘ ਝੂਟਦਾ ਜਿੰਨੀ ਜ਼ੋਰ ਨਾਲ ਅੱਗੇ ਨੂੰ ਜਾਏਗਾ ਉਨੀ ਜ਼ੋਰ ਨਾਲ ਹੀ ਪਿਛਾਂਹ ਨੂੰ ਜਾਏਗਾ। ਇਹੀ ਮਹਾਰਾਜ ਕਹਿੰਦੇ ਸੰਪਤ ਜੋਲ ਝੋਲ। ਇਹ ਜਿਹੜਾ ਐਸਾ ਝੂਲਾ ਮਾਇਆ ਦਾ ਮਨੁੱਖ ਝੂਟ ਰਿਹਾ ਨਾ, ਜਿੰਨਾ ਜ਼ੋਰ ਲਾ ਕੇ ਮਾਇਆ ਦਾ ਝੂਟਾ ਲੈਂਦਾ ਉਨੀ ਹੀ ਦੂਰੀ ਗੁਰੂ ਦੇ ਪਾਸੋਂ ਬਣਦੀ ਜਾਂਦੀ ਹੈ, ਉਨੀ ਦੂਰ ਹੁੰਦਾ ਜਾਂਦਾ ਹੈ। ਤੇ ਇਹਦਾ ਮਤਲਬ ਸਾਧ ਸੰਗਤ ਜੀ ਇਹ ਨਾ ਸਮਝ ਲੈਣਾ, ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਕਿ ਸਤਿਗੁਰੂ ਸਾਹਿਬ ਜੀ ਇਹ ਨਹੀਂ ਕਹਿੰਦੇ ਕਿ ਮਾਇਆ ਨਹੀਂ ਕਮਾਉਣੀ ਚਾਹੀਦੀ। ਇਹਦਾ ਮਤਲਬ ਇਹ ਨਾ ਸਮਝ ਲੈਣਾ। ਸਤਿਗੁਰੂ ਜੀ ਤਾਂ ਕਹਿੰਦੇ ਆ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚ। ਧਰਮ ਦੀ ਕਿਰਤ ਕਰਨ ਦਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਕਿਰਤ ਬਿਰਤ ਕਰ ਧਰਮ ਦੀ। ਧਰਮ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਜਾਣੀ ਕਿ ਇਹ ਸਮਝਣਾ ਕਿ ਨਾਲ ਸਿਮਰਨ ਭਜਨ ਵੀ ਕਰਨਾ ਹੈ ਤੇ ਨਾਲ ਆਪਣੀ ਨੌਕਰੀ ਕਰਨੀ, ਕੋਈ ਸਾਧਨ ਜਿੰਨੇ ਵੀ ਮਾਇਆ ਦੇ ਹਨ ਕਰਨੇ ਚਾਹੀਦੇ ਹੈ। ਸਿੱਖ ਕਰੋੜਾਂਪਤੀ ਹੋਣਾ ਚਾਹੀਦਾ ਹੈ, ਵਧੀਆ ਗੱਲ ਹੈ, ਬਹੁਤ ਪੈਸਾ ਹੋਵੇ ਸਿੱਖ ਕੋਲ, ਪਰ ਗੁਰੂ ਤੋਂ ਬੇਮੁਖ ਹੋ ਕੇ ਨਹੀਂ। ਇਹ ਨਹੀਂ ਕਿ ਸਵੇਰੇ ਉੱਠ ਕੇ ਅਸੀਂ ਜਪਜੀ ਸਾਹਿਬ ਦਾ ਪਾਠ ਕੀਤਾ ਨਹੀਂ, ਗੁਰੂ ਸਾਹਿਬ ਜੀ ਦਾ ਨਾਮ ਜਪਿਆ ਨਹੀਂ, ਬਾਣੀ ਪੜ੍ਹੀ ਨਹੀਂ, ਸਵੇਰੇ ਉੱਠੇ ਕੰਮਾਂ ਧੰਦਿਆਂ ਤੇ ਗਏ, ਸਾਰਾ ਦਿਨ ਕਰ ਕਰਾ ਕੇ ਸਭ ਕੁਝ, ਫਿਰ ਆ ਕੇ ਸੌਂ ਗਏ, ਖਾ ਲਿਆ ਪੀ ਲਿਆ ਕੰਮ ਕਰ ਲਿਆ, ਕੋਈ ਰੱਬ ਦੇ ਨਾਮ ਦਾ ਚੇਤਾ ਨਹੀਂ। ਐਸੀ ਕਮਾਈ ਮਹਾਰਾਜ ਜੀ ਕਹਿੰਦੇ ਸਾਰੀ ਵਿਅਰਥ ਕੀਤੀ ਹੋਈ।
ਐਸਾ ਉਦਮ ਸਾਰਾ ਹੀ ਵਿਅਰਥ ਹੈ। ਗੁਰੂ ਵੀ ਜਪਣਾ ਤੇ ਆਪਣੀ ਕਮਾਈ ਵੀ ਕਰਨੀ, ਨੌਕਰੀ ਵੀ ਕਰਨੀ। ਇਹ ਮਹਾਰਾਜ ਜੀ ਦਾ ਉਪਦੇਸ਼ ਹੈ। ਇਹਨੂੰ ਧਰਮ ਦੀ ਕਿਰਤ ਕਹਿੰਦੇ ਨੇ। ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਉਪਦੇਸ਼ ਮਹਾਰਾਜ ਜੀ ਨੇ ਦੇਣਾ ਕੀਤਾ ਹੈ। ਸਤਿਗੁਰੂ ਜੀ ਇਹ ਨਹੀਂ ਕਹਿੰਦੇ ਕਿ ਆਪਣੀਆਂ ਨੌਕਰੀਆਂ ਸਾਰੀਆਂ ਛੱਡ ਦਿਓ, ਕੰਮ ਧੰਦੇ ਛੱਡ ਦਿਓ, ਜ਼ਮੀਨਾਂ ਜਾਇਦਾਦਾਂ ਵੇਚ ਦਿਓ ਤੇ ਨਾਮ ਜਪਣ ਲੱਗ ਜਾਓ। ਐਸਾ ਨਹੀਂ ਮਹਾਰਾਜ ਜੀ ਕਹਿੰਦੇ। ਕਮਾਈ ਕਰੋ, ਖੂਬ ਕਮਾਈ ਕਰੋ, ਰੱਜ ਰੱਜ ਕੇ ਕਰੋ, ਪਰ ਪਰਮੇਸ਼ਰ ਦਾ ਨਾਮ ਵੀ ਮਹਾਰਾਜ ਜੀ ਕਹਿੰਦੇ ਭਾਈ ਜਪੋ। ਚਿੱਤ ਨਿਰੰਕਾਰ ਵੱਲ ਤੇ ਹੱਥ ਕਾਰ ਵੱਲ। ਗੁਰਬਾਣੀ 'ਚ ਵੀ ਬਚਨ ਆਉਂਦਾ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੀ ਜਾਓ ਤੇ ਚਿੱਤ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰੋ। ਇਹ ਮਹਾਰਾਜ ਜੀ ਉਪਦੇਸ਼ ਦਿੰਦੇ ਆ। ਤ੍ਰਿਸ਼ਨਾ ਦਾ ਸਾਧ ਸੰਗਤ ਜੀ ਗੁਰੂ ਤੋਂ ਬੇਮੁਖ ਹੋ ਕੇ ਜਿਹੜੀ ਵੱਧਦੀ ਹੀ ਜਾਂਦੀ ਹੈ। ਬੇਮੁਖ ਹੀ ਮਨੁੱਖ ਹੁੰਦਾ ਜਾਂਦਾ ਰਹਿੰਦਾ ਹੈ। ਇਹ ਜਦੋਂ ਤ੍ਰਿਸ਼ਨਾ ਸ਼ਾਂਤ ਹੁੰਦੀ ਹੈ ਨਾ ਨਾਮ ਦੇ ਦੁਆਰਾ, ਫਿਰ ਸੰਸਾਰਿਕ ਸੁੱਖਾਂ ਦੀ ਵੀ ਕੋਈ ਕਮੀ ਨਹੀਂ ਰਹਿੰਦੀ ਹੈ। ਜਦੋਂ ਇਹ ਸ਼ਾਂਤ ਹੋ ਜਾਂਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਭੁੱਖਾ ਮਰਦਾ ਹੈ ਨਾਮ ਜਪਣ ਵਾਲਾ, ਸਗੋਂ ਸਾਰੇ ਪਦਾਰਥ ਉਹਦੇ ਕੋਲੇ ਆ ਜਾਂਦੇ ਆ। ਇਹ ਜਿਹੜੀ ਧਨ ਦੌਲਤ ਹੈ ਨਾ, ਜਿਹੜੀ ਮਾਇਆ, ਇਹਨੂੰ ਪਰਛਾਵੇਂ ਵਾਂਗ ਸਮਝਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਜਿਵੇਂ ਜੇ ਕੋਈ ਮਨੁੱਖ ਆਪਣੇ ਪਰਛਾਵੇਂ ਨੂੰ ਫੜਨਾ ਚਾਹਵੇ, ਸੂਰਜ ਵੱਲ ਪਿੱਠ ਕਰ ਲਵੇ, ਪਰਛਾਵੇਂ ਵੱਲ ਮੂੰਹ ਕਰਕੇ ਉਹਦੇ ਮਗਰ ਦੌੜਿਆ ਜਾਏ, ਪਰਛਾਵੇਂ ਨੂੰ ਨਹੀਂ ਫੜ ਸਕੇਗਾ। ਕਦੇ ਵੀ ਆਪਣਾ ਪਰਛਾਵਾਂ ਨਹੀਂ ਫੜਿਆ ਜਾ ਸਕਦਾ। ਤੇ ਜੇ ਉਹੀ ਮਨੁੱਖ ਸੂਰਜ ਵੱਲ ਮੂੰਹ ਕਰ ਲਵੇ, ਪਰਛਾਵੇਂ ਨੂੰ ਫੜਨ ਦੀ ਲੋੜ ਹੀ ਨਹੀਂ, ਪਰਛਾਵੇਂ ਨੇ ਆਪੇ ਪਿੱਛੇ ਭੱਜਿਆ ਆਉਣਾ। ਗੱਲ ਤਾਂ ਸੂਰਜ ਵੱਲ ਮੁੱਖ ਕਰਨ ਦੀ ਹੈ। ਗੁਰੂ ਵੱਲ ਮੁੱਖ ਕਰ ਲਈਏ, ਨਾਮ ਜਪਣ ਲੱਗ ਜਾਈਏ, ਫਿਰ ਮਾਇਆ ਰੂਪੀ ਪਰਛਾਵਾਂ ਐਟੋਮੈਟਿਕ ਹੀ ਪਿੱਛੇ ਆ ਜਾਂਦਾ, ਕੋਈ ਵੀ ਕਮੀ ਨਹੀਂ ਰਹਿੰਦੀ। ਇਹ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਜਿਹੜਾ ਪ੍ਰਭੂ ਦਾ ਸਿਮਰਨ ਹੈ ਨਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਭਾਈ ਸ਼ਾਂਤ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਜਿਨ੍ਹਾਂ ਦੀ ਤ੍ਰਿਸ਼ਨਾ ਬੁਝ ਗਈ ਤੇ ਫਿਰ ਉਹਨਾਂ ਨੂੰ ਸੂਝ ਵੀ ਆ ਜਾਂਦੀ ਹੈ। ਪ੍ਰਭੂ ਦੇ ਸਿਮਰਨ ਦੇ ਨਾਲ ਸੋਝੀ ਆ ਜਾਂਦੀ ਮਨੁੱਖ ਨੂੰ। ਅਸਲ ਤੇ ਨਕਲ ਦਾ ਉਹਨੂੰ ਪਤਾ ਲੱਗ ਜਾਂਦਾ ਹੈ। ਝੂਠ ਤੇ ਸੱਚ ਦੀ ਜਿਹੜੀ ਹੈ ਨਾ, ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਕਿ ਕਿਹੜੀ ਚੀਜ਼ ਸੱਚੀ ਹੈ, ਕਿਹੜੀ ਝੂਠੀ ਹੈ। ਸੱਚ ਝੂਠ ਦਾ ਉਹ ਜਾਣੀ ਕਿ ਭੇਦ ਸਮਝ ਸਕਦਾ ਹੈ। ਸੋਝੀ ਆ ਜਾਂਦੀ ਪਰਮੇਸ਼ਰ ਦੇ ਨਾਮ ਦੀ। ਹੁਣ ਜਿਵੇਂ ਆਪਾਂ ਨੂੰ ਸੋਝੀ ਨਹੀਂ, ਆਪਾਂ ਕਹਿੰਦੇ ਵਾਹਿਗੁਰੂ ਕਰਨਾ, ਇਹ ਤਾਂ ਵਿਹਲੜਾਂ ਦਾ ਕੰਮ ਆ। ਬਾਣੀ ਪੜ੍ਹਨੀ, ਪਰਮੇਸ਼ਰ ਦਾ ਨਾਮ ਜਪਣਾ, ਸੇਵਾ ਕਰਨੀ, ਇਹ ਤਾਂ ਜਿਹੜੇ ਲੋਕ ਵਿਹਲੇ ਨੇ ਉਹਨਾਂ ਦਾ ਕੰਮ ਆ। ਇਹਦਾ ਕੀ ਫਾਇਦਾ? ਬਾਣੀ ਪੜ੍ਹੀ ਜਾਓ ਸਾਰਾ ਦਿਨ, ਇਹਦਾ ਕੀ ਫਾਇਦਾ? ਆਪਾਂ ਹੀ ਕਹਿੰਦੇ ਆ ਨਾ, ਜਿਨ੍ਹਾਂ ਨੂੰ ਇਸ ਦਾ ਫਾਇਦਾ ਪ੍ਰਾਪਤ ਹੋਇਆ ਨਾ ਨਾਮ ਜਪਣ ਦਾ, ਉਹਨਾਂ ਨੂੰ ਪੁੱਛਿਆ ਸੀ। ਕਬੀਰ ਜੀ ਨੂੰ ਕਿਸੇ ਨੇ ਜਾ ਕੇ ਪੁੱਛਿਆ, ਕਬੀਰ ਜੀ ਤੁਸੀਂ ਨਾਮ ਹੀ ਜਪਦੇ ਰਹਿੰਦੇ ਹੋ, ਨਾਮ ਜਪਣ ਦੇ ਵਿੱਚ ਆਨੰਦ ਕਿੰਨਾ ਕੁ ਹੈ? ਕਬੀਰ ਜੀ ਪਤਾ ਕੀ ਕਹਿੰਦੇ? ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਹਿੰਦੇ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਪੁੱਛੋ ਵੀ ਕਿੰਨਾ ਕੁ ਸਵਾਦ ਆਇਆ, ਕੀ ਦੱਸੇਗਾ? ਦੱਸ ਨਹੀਂ ਸਕੇਗਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਕਹਿੰਦੇ ਮੌਜ ਨੂੰ ਕਥਨ ਹੀ ਨਹੀਂ ਕੀਤਾ ਜਾ ਸਕਦਾ, ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਐਸੀ ਜਿਹੜੀ ਨਾਮ ਦੀ ਭਾਈ ਮਿਠਾਸ ਹੈ, ਨਾਮ ਦਾ ਜਿਹੜਾ ਆਨੰਦ ਹੈ, ਇਹ ਕਥਨ ਹੀ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਭਾਈ ਇਹ ਸੂਝ ਬੂਝ ਪ੍ਰਾਪਤ ਹੁੰਦੀ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ। ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਵੀ ਡਰ ਮੁੱਕ ਜਾਂਦਾ ਹੈ। ਜਮਦੂਤ ਵੀ ਫਿਰ ਉਹਨੂੰ ਡਰਾਉਂਦੇ ਨਹੀਂ। ਪ੍ਰਭ ਕੈ ਸਿਮਰਨ ਪੂਰਨ ਆਸਾ। ਪਰਮੇਸ਼ਰ ਦੇ ਸਿਮਰਨ ਕਰਨੇ ਕਰਕੇ ਸਾਰੀਆਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਹਨ। ਜਿਵੇਂ ਮਨੁੱਖ ਦੀ ਆਸਾ ਲੱਗੀ ਰਹਿੰਦੀ ਹੈ ਕਿ ਮੈਨੂੰ ਉਹ ਵੀ ਮਿਲ ਜਾਏ, ਆ ਵੀ ਮਿਲ ਜਾਏ। ਸਭ ਤੋਂ ਵੱਡੀ ਆਸਾ ਹੈ ਜੀਵਨ ਸਫਲ ਹੋਣ ਦੀ। ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਕਰਕੇ ਨਾ ਸਾਰਾ ਜੀਵਨ ਹੀ ਸਫਲ ਹੋ ਜਾਂਦਾ ਹੈ। ਜੀਵਨ ਦੀ ਸਫਲਤਾ ਦੀ ਆਸ ਵੀ ਪੂਰੀ ਹੁੰਦੀ ਹੈ ਤੇ ਦੁਨਿਆਵੀ ਵੀ ਹੁੰਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪਰਮੇਸ਼ਰ ਦਾ ਨਾਮ ਜਪਦਿਆਂ ਭਾਈ ਮਨ ਦੀ ਵੀ ਮੈਲ ਉਤਰ ਜਾਂਦੀ ਹੈ, ਮਨ ਸਾਫ਼ ਹੋ ਜਾਂਦਾ ਹੈ। ਮਨ ਬਿਲਕੁਲ ਨਿਰਮਲ ਹੋ ਜਾਂਦਾ ਹੈ। ਕਿਸੇ ਤਰ੍ਹਾਂ ਦੀ ਮਨ ਦੇ ਉੱਪਰ ਮੈਲ ਨਹੀਂ ਰਹਿੰਦੀ ਹੈ। ਮਨ ਸਾਫ਼ ਕਿਵੇਂ ਹੁੰਦਾ? ਮਨ ਨੂੰ ਪਾਣੀ ਨਾਲ ਨਹੀਂ ਧੋਤਾ ਜਾ ਸਕਦਾ, ਜਾਂ ਕੋਈ ਸਾਬਣ, ਜਾਂ ਕੋਈ ਕਵੇ ਕਿ ਮੈਂ ਇਹਨੂੰ ਜਾ ਕੇ ਇੱਥੋਂ ਮਸ਼ੀਨ ਦੇ ਵਿੱਚ ਧੋ ਲਿਆਵਾਂ, ਜਾਂ ਇਹਨੂੰ ਡਰਾਈ ਕਲੀਨ ਕਰਾ ਲਿਆਈਏ। ਮਨ ਕੋਈ ਇਹੋ ਜਿਹੀ ਚੀਜ਼ ਨਹੀਂ। ਜਪਜੀ ਸਾਹਿਬ ਜੀ ਦੀ ਬਾਣੀ 'ਚ ਮਹਾਰਾਜ ਕਹਿੰਦੇ
ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਕੱਪੜਾ ਕੋਈ ਮੈਲਾ ਹੋ ਜਾਏ ਸਾਬਣ ਨਾਲ ਧੋ ਸਕਦੇ ਆ। ਤੇ ਭਰੀਐ ਮਤ ਪਾਪਾਂ ਕੈ ਸੰਗ, ਇਹ ਮਤ ਜਿਹੜਾ ਮਨ ਹੈ ਪਾਪਾਂ ਦੀ ਮੈਲ ਨਾਲ ਭਰਿਆ ਹੋਇਆ ਉਹ ਧੋਵੈ ਨਾਵੈ ਕੈ ਰੰਗ। ਨਾਮ ਦੇ ਪ੍ਰੇਮ ਰੰਗ ਵਿੱਚ ਲੱਗ ਕੇ ਭਾਈ ਇਸ ਨੂੰ ਧੋਤਾ ਜਾਂਦਾ ਹੈ। ਨਾਮ ਜਪਣੇ ਦੇ ਕਰਕੇ ਨਾ ਮਨ ਨਿਰਮਲ ਹੋ ਜਾਂਦਾ ਹੈ, ਮਨ ਮੈਲ ਤੋਂ ਰਹਿਤ ਹੋ ਜਾਂਦਾ ਹੈ। ਫਿਰ ਮਨੁੱਖ ਦੇ ਅੰਦਰ ਨਿੰਦਾ, ਚੁਗਲੀ, ਈਰਖਾ, ਦਵੈਸ਼, ਗੁੱਸਾ, ਕ੍ਰੋਧ ਆਦਿਕ ਕੋਈ ਵੀ ਵਿਕਾਰ ਨਹੀਂ ਰਹਿੰਦਾ ਹੈ। ਸਾਰਿਆਂ ਦੇ ਵਿੱਚੋਂ ਇੱਕ ਪਰਮੇਸ਼ਰ ਦੀ ਜੋਤ ਸਮਝ ਕੇ ਨਾ ਸਭਨਾਂ ਦੇ ਨਾਲ ਪ੍ਰੇਮ ਕਰਦਾ ਹੈ। ਮਹਾਰਾਜ ਜੀ ਕਹਿੰਦੇ ਕਿਸੇ ਤਰ੍ਹਾਂ ਦੀ ਮੈਲ ਨਹੀਂ ਰਹਿੰਦੀ ਹੈ। ਅੰਮ੍ਰਿਤ ਨਾਮ ਹਿਰਦ ਮਾਹੇ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਹਿਰਦੇ ਵਿੱਚ ਨਾਮ ਸਮਾ ਜਾਵੇ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਉਹਨਾਂ ਦਾ ਮਨ ਸਾਫ਼ ਹੋ ਜਾਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਮਹਾਰਾਜ ਇਹ ਨਾਮ ਹੈ ਜਿਹੜਾ ਤੇ ਪ੍ਰਭੂ ਹੈ ਪਰਮੇਸ਼ਰ, ਇਹ ਰਹਿੰਦਾ ਕਿੱਥੇ ਹੈ, ਇਹਦਾ ਵਾਸਾ ਕਿੱਥੇ ਹੈ? ਮਹਾਰਾਜ ਕਹਿੰਦੇ ਪ੍ਰਭ ਜੀ ਬਸੈ ਸਾਧ ਕੀ ਰਸਨਾ, ਸਾਧੂ ਦੀ ਰੱਬ ਦੇ ਪਿਆਰਿਆਂ ਦੀ ਰਸਨਾ ਤੇ ਰੱਬ ਵਸਦਾ ਹੈ। ਤੇ ਜੋ ਰੱਬ ਕਰੇ ਤੇ ਫਿਰ ਉਹ ਹੁੰਦਾ ਹੈ ਨਾ ਸਭ ਕੁਝ। ਆਪਾਂ ਕਹਿੰਦੇ ਪਰਮੇਸ਼ਰ ਸਭ ਕੁਝ ਕਰ ਰਿਹਾ ਹੈ ਤੇ ਪਰਮੇਸ਼ਰ ਸਾਧੂ ਦੀ ਰਸਨਾ ਤੇ ਵਸਦਾ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਸਾਧੂ ਦਾ ਕਿਹਾ ਹੋਇਆ ਬਚਨ ਅਟਲ ਹੁੰਦਾ ਹੈ, ਪੂਰਾ ਹੋ ਜਾਂਦਾ ਹੈ। ਇੱਕ ਸਾਧ ਬਚਨ ਅਟਲਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਅੱਜ ਸਾਧ ਸੰਗਤ ਜੀ ਇਤਿਹਾਸਕ ਦਿਨ ਵੀ ਹੈ, ਸੋ ਸਮਾਂ ਬਹੁਤ ਹੋ ਚੁੱਕਾ ਹੈ। ਵਿਚਾਰ ਤਾਂ ਸੀ ਕਿ ਉਹ ਵੀ ਆਪਾਂ ਸਰਵਣ ਕਰ ਲਈਏ, ਕਿਉਂਕਿ ਪੌੜੀ ਦੀ ਵੀ ਵਿਚਾਰ ਸੰਪੂਰਨ ਕਰਨੀ ਜ਼ਰੂਰੀ ਸੀ। ਸੁਖਮਨੀ ਸਾਹਿਬ ਜੀ ਦੀ ਬਾਣੀ ਵੀ ਬਹੁਤ ਲੰਬੀ ਹੈ, ਜੇ ਆਪਾਂ ਇੱਕ ਇੱਕ ਪੌੜੀ ਕਰੀ ਤੇ ਫਿਰ ਤਾਂ ਕਈ ਸਾਲ ਲੱਗ ਜਾਣਗੇ। ਸੋ ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਹੈ। ਬਹੁਤ ਥਾਵਾਂ ਤੇ ਲੰਗਰ ਲਗਾਏ ਜਾਂਦੇ ਨੇ। ਉਸ ਜੋੜ ਮੇਲੇ ਦੇ ਸੰਬੰਧ ਵਿੱਚ ਵੱਡੇ ਪੱਧਰ ਤੇ ਸਮਾਗਮ ਕੀਤੇ ਜਾਂਦੇ ਨੇ। ਜੋੜ ਮੇਲਾ ਕਾਹਦੇ ਸੰਬੰਧ 'ਚ ਹੈ? ਜਦੋਂ ਮਾਤਾ ਗੰਗਾ ਜੀ ਨੇ ਜਾ ਕੇ ਬੇਨਤੀ ਕੀਤੀ ਸੀ, ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਤੁਸਾਂ ਪਾਸ ਭੇਜਿਆ ਤੇ ਪੁੱਤਰ ਦੀ ਪ੍ਰਾਪਤੀ ਵਾਸਤੇ ਤੁਸੀਂ ਅਰਦਾਸ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਮਿੱਸੇ ਪ੍ਰਸ਼ਾਦੇ ਛਕੇ ਤੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਤੇ ਇਹ ਬਚਨ ਕੀਤੇ ਸਨ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨਿਆ ਨਾ ਆਪਣੇ ਹੱਥ ਦੇ ਵਿੱਚ, ਤੇ ਨਾਲ ਹੀ ਬਚਨ ਕੀਤੇ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਮਾਤਾ ਗੰਗਾ ਜੀ ਨੂੰ ਕਿਹਾ ਸੀ, ਹੇ ਗੰਗਾ, ਤੁਹਾਡੇ ਘਰ ਦੇ ਵਿੱਚ ਜੋਧਾ ਪੁੱਤਰ ਪੈਦਾ ਹੋਵੇਗਾ। ਜਿਵੇਂ ਅਸੀਂ ਗੰਢਾ ਭੰਨਿਆ ਇਵੇਂ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਉਸ ਸਮੇਂ ਅਸਮਾਨ ਵਿੱਚ ਬਿਜਲੀ ਗਰਜੀ। ਜਦੋਂ ਬਿਜਲੀ ਦੀ ਗਰਜਣ ਦੀ ਆਵਾਜ਼ ਆਈ ਨਾ, ਤੇ ਫਿਰ ਇਹ ਬਿਜਲੀ ਚਮਕੀ ਤੇ ਬੱਦਲ ਗਰਜੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਉਹਨਾਂ ਦੀ ਸ਼ਮਸ਼ੇਰ ਇਸ ਬਿਜਲੀ ਦੇ ਵਾਂਗ ਚਮਕਿਆ ਕਰੇਗੀ ਮੀਰੀ ਪੀਰੀ ਦੀ, ਤੇ ਜਿਵੇਂ ਬੱਦਲ ਗਰਜੇ ਹਨ ਇਦਾਂ ਉਹ ਦੁਸ਼ਮਣਾਂ ਦੇ ਵਿੱਚ ਗਰਜਿਆ ਕਰੇਗਾ। ਤੇ ਉਸ ਤੋਂ ਬਾਅਦ ਵਰਖਾ ਸ਼ੁਰੂ ਹੋ ਗਈ ਤੇ ਇਹ ਵੀ ਬਚਨ ਕਰ ਦਿੱਤਾ ਕਿ ਐਸਾ ਪੁੱਤਰ ਜੋਧਾ ਪ੍ਰਗਟ ਹੋਵੇਗਾ, ਬਾਣੀ ਦੀ ਵੀ ਵਰਖਾ ਸਾਰੇ ਪਾਸੇ ਕਰੇਗਾ। ਐਸੇ ਵਰ ਵਾਲੇ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦੇ ਦਿਨ ਕੀਤੇ ਸਨ ਮਾਤਾ ਗੰਗਾ ਜੀ ਨੂੰ। ਕਈ ਲੋਕ ਕਹਿ ਦਿੰਦੇ ਨੇ ਜੀ ਇਦਾਂ ਕਿਵੇਂ ਹੋ ਸਕਦਾ, ਕੋਈ ਪੁੱਤਰ ਦੀ ਦਾਤ ਇਦਾਂ ਕਿਵੇਂ ਦੇ ਸਕਦਾ? ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਕੋਈ ਆਮ ਸਧਾਰਨ ਵਿਅਕਤੀ ਨਹੀਂ। ਦੁਨੀਆ ਦੇ ਵਿੱਚ ਇੱਕੋ ਇੱਕ ਐਸਾ ਸਿੱਖ ਆ ਜਿਹਨੇ 8 ਗੁਰੂਆਂ ਦੇ ਦਰਸ਼ਨ ਕੀਤੇ ਆ। ਕੋਈ ਵੀ ਨਹੀਂ ਦੁਨੀਆ ਤੇ, ਕੋਈ ਵੀ ਸਿੱਖ ਇਤਿਹਾਸ ਪੜ੍ਹ ਲਓ, ਕੇਵਲ ਤੇ ਕੇਵਲ ਬਾਬਾ ਬੁੱਢਾ ਸਾਹਿਬ ਜੀ ਹਨ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ ਹਰਿਮੰਦਰ ਸਾਹਿਬ ਦੇ ਵਿੱਚ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਇਕਾਂਤ ਸਮਾਧੀ ਲੀਨ ਹੋ ਕੇ ਬੈਠ ਗਏ। ਸਿੱਖਾਂ ਪੁੱਛਿਆ, ਮਹਾਰਾਜ ਅੱਜ ਬੜੀ ਇਕਾਂਤ ਦੇ ਵਿੱਚ ਸੋਚਾਂ ਵਿਚਾਰਾਂ ਕਰ ਰਹੇ ਹੋ? ਮਹਾਰਾਜ ਕਹਿੰਦੇ ਅਸੀਂ ਸੋਚਦੇ ਹਾਂ ਇੰਨੀ ਪਵਿੱਤਰ ਬਾਣੀ ਦੀ ਬੀੜ ਤਿਆਰ ਕੀਤੀ ਹੈ, ਇਸ ਬੀੜ ਨੂੰ ਕਿਹਦੇ ਸੀਸ ਤੇ ਸਜਾ ਕੇ ਲਿਜਾਈਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਵਾਸਤੇ? ਸਾਨੂੰ ਕੋਈ ਐਸਾ ਪਵਿੱਤਰ ਸੀਸ ਚਾਹੀਦਾ ਹੈ ਜਿਸ ਸੀਸ ਦੇ ਉੱਪਰ ਪਵਿੱਤਰ ਬਾਣੀ ਹੋਵੇ, ਸੀਸ ਵੀ ਪਵਿੱਤਰ ਹੋਵੇ ਤੇ ਪਵਿੱਤਰ ਬਾਣੀ ਨੂੰ ਲਿਜਾਣ ਵਾਸਤੇ। ਮਹਾਰਾਜ ਐਸਾ ਪਵਿੱਤਰ ਸੀਸ ਕਿਹੜਾ ਹੋ ਸਕਦਾ ਹੈ? ਮਹਾਰਾਜ ਕਹਿੰਦੇ ਐਸਾ ਪਵਿੱਤਰ ਸੀਸ ਹੈ ਬਾਬਾ ਬੁੱਢਾ ਸਾਹਿਬ ਜੀ ਦਾ, ਜਿਸ ਨੇ ਆਰੰਭ ਤੋਂ ਲੈ ਕੇ ਆਦਿ ਗੁਰੂ ਤੋਂ ਲੈ ਕੇ ਸਾਰੇ ਗੁਰੂਆਂ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖਿਆ ਹੈ। ਉਹੀ ਸੀਸ ਪਵਿੱਤਰ ਹੋ ਸਕਦਾ ਜਿਹੜਾ ਗੁਰੂ ਦੇ ਚਰਨਾਂ ਤੇ ਲੱਗਿਆ ਹੋਵੇ।
ਚਾਰ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਨੂੰ, ਉਹਨਾਂ ਦਾ ਸੀਸ ਹੀ ਪਵਿੱਤਰ ਹੈ, ਉਹਨਾਂ ਨੂੰ ਬੁਲਾਓ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਸਤਿਗੁਰੂ ਸਾਹਿਬ ਜੀ ਦਾ ਸਰੂਪ ਲਿਜਾਇਆ ਗਿਆ ਸੀ। ਸੋ ਐਸੇ ਹਨ ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਕਹਿੰਦੇ ਨੇ ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਧੂ ਦੀ ਜ਼ੁਬਾਨ ਤੇ ਰਸਨਾ ਤੇ ਪ੍ਰਮਾਤਮਾ ਵਸਦਾ ਹੈ। ਨਾਨਕ ਜਨ ਕਾ ਦਾਸਨ ਦਸਨਾ। ਐਸੇ ਨਾਮ ਜਪਣ ਵਾਲੇ ਰੱਬ ਦੇ ਪਿਆਰਿਆਂ ਦੇ ਦਾਸਾਂ ਦੇ ਦਾਸ ਹਾਂ। ਮਹਾਰਾਜ ਕਹਿੰਦੇ ਅਸੀਂ ਤਾਂ ਉਹਨਾਂ ਦੇ ਚਰਨਾਂ ਦੇ ਸੇਵਕ ਹਾਂ। ਇਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੀ। ਇਹ ਚੌਥੀ ਪੌੜੀ ਪਹਿਲੀ ਅਸ਼ਟਪਦੀ ਦੀ ਸੰਪੂਰਨ ਹੋਈ ਹੈ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨ। ਆਓ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ